ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 38ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। और सब तो पहला उच्चारण वाल ध्यान दिए जी। जत पाहारा धीरज सुनिहार अहरण मत वेद हथियार पौ खला अगन तप ताओ पांडा पाओ अमृत तित टाल घड़ी है शब्द सच्ची टकसाल जिनको नदर करम तिनकार नानक नदरी नदर निहार। ਇਹ ਜੋ ਪੌੜੀ ਆ 38ਵੀਂ ਪੌੜੀ ਕਹਿ ਸਕਦੇ ਹਾਂ ਕਿ ਇਸ ਵਿੱਚ ਇੱਕ ਵਾਰ ਗੁਰੂ ਸਾਹਿਬ ਨੇ ਤੋਂ ਜਪਜੀ ਸਾਹਿਬ ਦੀ ਵਿਚਾਰ ਗੁਰੂ ਸਾਹਿਬ ਨੇ ਸੇਵਾ ਲਿੱਤੀ, ਉਸ ਨੂੰ ਇੱਕ ਸੰਖੇਪ ਵਿੱਚ ਦੱਸ ਰਹੇ ਹਨ, ਜਿਹਦੇ ਵਿੱਚ ਗੁਰੂ ਸਾਹਿਬ ਨੇ ਐਗਜ਼ਾਮਪਲ ਲਿੱਤਾ ਹੈ ਸੁਨਿਆਰੇ ਦਾ। ਜਿਵੇਂ ਉਹ ਸੋਨਾ ਕਰਦਾ ਹੈ ਉਸ ਤਰੀਕੇ ਨਾਲ ਉਹਦਾ ਐਗਜ਼ਾਮਪਲ ਲੈ ਕੇ ਸਮਝਾਉਣ ਦੀ ਜਿਹੜੀ ਹੈ ਇੱਥੇ ਕਿਰਪਾਲਤਾ ਕੀਤੀ ਹੈ। ਆਓ ਸਭ ਤੋਂ ਪਹਿਲਾਂ ਪਹਿਲੀ ਤੁਕ ਵੱਲ ਝਾਤ ਮਾਰੀਏ। ਜਤ ਜਤ ਭਾਵ ਵਿਕਾਰਾਂ ਨੂੰ ਕਾਬੂ ਪਾਉਣਾ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਹੈ, ਇੱਕ ਹੁੰਦਾ ਹੈ ਛੱਡਣਾ, ਇੱਕ ਹੁੰਦਾ ਹੈ ਕਾਬੂ ਕਰਨਾ। ਤੇ ਜੋ ਜਤ ਜਿਹੜਾ ਹੈ ਉਹ ਆਪਣੀ ਇੰਦਰੀਆਂ ਨੂੰ ਕਾਬੂ ਕਰਨਾ ਹੈ। ਹੁਣ ਇੰਦਰੀਆਂ ਕਿਹੜੀਆਂ ਨੇ? ਅਜਿਹੀਆਂ ਇੰਦਰੀਆਂ ਜਿਨ੍ਹਾਂ ਨੂੰ ਛੱਡਿਆ ਨਹੀਂ ਜਾ ਸਕਦਾ। ਭਾਵ ਅਗਰ ਗੱਲ ਕਰੀਏ ਤੇ 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ ਹੁੰਦੀਆਂ। ਕਰਮ ਇੰਦਰੀਆਂ ਭਾਵ ਜਿਹਦੇ ਨਾਲ ਅਸੀਂ ਕੰਮ ਕਰਦੇ ਹਾਂ, ਤੇ ਗਿਆਨ ਇੰਦਰੀਆਂ ਜਿਹਦੇ ਨਾਲ ਕੋਈ ਨਾ ਕੋਈ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਜਿਵੇਂ ਕਿ ਕਰਮ ਇੰਦਰੀਆਂ ਹੱਥ, ਪੈਰ, ਮੂੰਹ ਅਤੇ 2 ਗੁਪਤ ਅੰਗ। ਗਿਆਨ ਇੰਦਰੀਆਂ ਅੱਖਾਂ, ਜੀਭ, ਨੱਕ, ਕੰਨ ਅਤੇ ਸਾਡੀ ਚਮੜੀ। ਤੇ ਇਹ ਜੋ ਇੰਦਰੀਆਂ ਨੇ, ਹੁਣ ਇਸ ਦੇ ਬਗੈਰ ਤੇ ਨਹੀਂ ਅਸੀਂ ਚੱਲ ਸਕਦੇ ਨਾ। ਕਿ ਅਗਰ ਹੱਥ ਜਿਹੜੇ ਆ ਸਾਨੂੰ ਸਹੀ ਵਰਤੋਂ ਨਹੀਂ ਆਉਂਦੀ, ਕਿ ਹੱਥਾਂ ਨੂੰ ਛੱਡ ਸਕਦੇ? ਕਿ ਪੈਰ ਜਿਹੜੇ ਬਖਸ਼ੇ ਆ ਸਾਨੂੰ, ਅਗਰ ਉਹਦੀ ਸਹੀ ਵਰਤੋਂ ਨਹੀਂ ਆ ਰਹੀ ਤੇ ਉਹਨਾਂ ਨੂੰ ਛੱਡ ਤੇ ਨਹੀਂ ਸਕਦੇ ਨਾ। ਇਹ ਤੇ ਸਾਡੇ ਸਰੀਰ ਦਾ ਹਿੱਸਾ ਨੇ। ਤੇ ਗਿਆਨ ਇੰਦਰੀਆਂ ਜਿਹੜੀਆਂ ਜਿਵੇਂ ਕਿ ਜੋ ਸਾਨੂੰ ਕਿਸੇ ਚੀਜ਼ ਦਾ ਗਿਆਨ ਦਵਾਉਂਦੀਆਂ ਨੇ, ਜਿਵੇਂ ਕਿ ਅੱਖਾਂ, ਜੀਭ ਦੇ ਨਾਲ ਸਾਨੂੰ ਸਵਾਦ ਦਾ ਪਤਾ ਲੱਗਦਾ ਹੈ। ਅੱਖਾਂ ਦੇ ਨਾਲ ਸਾਨੂੰ ਵੇਖ ਕੇ ਜਿਵੇਂ ਚੀਜ਼ ਦਾ ਪਤਾ ਲੱਗਦਾ ਕੀ ਚੀਜ਼ ਹੈ। ਨੱਕ ਜਿਵੇਂ ਗੰਧ ਜਿਹੜੀ ਹੈ ਉਹਦੇ ਨਾਲ ਅਸੀਂ ਸੁਣ ਕੇ ਪਤਾ ਕਰ ਸਕਦੇ ਹਾਂ ਨਾ। ਇਸ ਤਰੀਕੇ ਨਾਲ ਕੰਨ ਜਿਹੜਾ ਸੁਣਨ ਦੇ ਕੰਮ ਆਉਂਦੇ, ਤੇ ਚਮੜੀ ਜਿਹੜੀ ਹੈ ਪਤਾ ਲੱਗਦਾ ਹੈ ਕਿ ਸਰਦੀ ਹੈ, ਗਰਮੀ ਹੈ, ਕੀ ਹੈ। ਤੇ ਇਸ ਤਰੀਕੇ ਨਾਲ ਕੁਛ ਨਾ ਕੁਛ ਗਿਆਨ ਦਿੰਦੀ ਹੈ। ਤੇ ਭਾਵ ਕਹਿਣ ਦਾ ਇਹ ਹੈ ਕਿ ਇਹ ਕੋਈ ਵੀ ਨਾ ਗਿਆਨ ਇੰਦਰੀਆਂ ਨਾ ਕਰਮ ਇੰਦਰੀਆਂ, ਇਹਨੂੰ ਛੱਡਿਆ ਨਹੀਂ ਜਾ ਸਕਦਾ। ਛੱਡਣ ਹੋਰ ਉਹਨੂੰ ਵਸ ਕਰਨ ਵਿੱਚ ਫਰਕ ਹੈ। ਤੇ ਗੁਰੂ ਸਾਹਿਬ ਇੱਥੇ ਕਹਿਣਾ ਚਾਹੁੰਦੇ ਆ ਕਿ ਜੋ ਜਤ ਹੈ ਨਾ, ਯਾਨੀ ਕਿ ਵਿਕਾਰਾਂ ਨੂੰ ਕਾਬੂ ਪਾਉਣਾ, ਇਹਨਾਂ ਤੇ ਕਾਬੂ ਪਾਉਣਾ, ਆਪਣੀ ਇੰਦਰੀਆਂ ਤੇ ਕਾਬੂ ਪਾਉਣਾ, ਇਸ ਨੂੰ ਹੀ ਆਹਾਰਾ ਬਣਾਉਣਾ ਹੈ। ਆਹਾਰਾ ਭਾਵ ਦੁਕਾਨ। ਹੁਣ ਇੱਥੇ ਕਿਹੜੀ ਦੁਕਾਨ ਦੀ ਗੱਲ ਕੀਤੀ ਗਈ ਹੈ? ਕਿਉਂਕਿ ਇਹ ਜੋ ਪੂਰੀ ਜਿਹੜੀ ਪੌੜੀ ਹੈ ਇਹ ਜਿਹੜੀ ਹੈ ਸੁਨਿਆਰੇ ਦਾ ਐਗਜ਼ਾਮਪਲ ਦੇ ਕੇ ਸਮਝਾਈ ਗਈ ਹੈ। ਤੇ ਜਤ ਨੂੰ ਮੰਨ ਲਵੋ ਕਿ ਜਤ ਜਿਹੜੀ ਹੈ ਉਹ ਹੈ ਸੁਨਿਆਰੇ ਦੀ ਦੁਕਾਨ। ਪਹਾਰਾ ਜਤ ਜੋ ਵਿਕਾਰਾਂ ਨੂੰ ਕਾਬੂ ਪਾਉਣਾ ਹੀ ਅਸਲ ਵਿੱਚ ਦੁਕਾਨ ਹੈ ਸੁਨਿਆਰੇ ਦੀ। ਤੇ ਹੁਣ ਜਦ ਕੋਈ ਚੀਜ਼ ਬਣਾਉਣੀ ਹੁੰਦੀ ਹੈ ਤੇ ਜਿਹੜਾ ਬਣਾਉਣ ਵਾਲਾ ਨਾ ਉਹਦੇ ਵਿੱਚ ਸਬਰ ਬੜਾ ਚਾਹੀਦਾ ਹੁੰਦਾ। ਅਗਰ ਸਬਰ ਨਹੀਂ ਹੈ ਤੇ ਉਹ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਉਹ ਵਿਗਾੜ ਦੇਗਾ। ਹਰ ਚੀਜ਼ ਵਿੱਚ ਸਬਰ ਦੀ ਬੜੀ ਲੋੜ ਹੈ, ਹਰ ਚੀਜ਼ ਵਿੱਚ, ਖਾਸ ਕਰ ਤੇ ਸ਼ੁਰੂਆਤ ਵਿੱਚ ਜਿਹੜਾ ਹੈ ਅਗਰ ਅਸੀਂ ਹੌਸਲਾ ਨਹੀਂ ਰੱਖਾਂਗੇ, ਸਬਰ ਨਹੀਂ ਰੱਖਾਂਗੇ, ਤੇ ਫਿਰ ਯਕੀਨਨ ਹੈ ਅਸੀਂ ਸਫਲ ਨਹੀਂ ਹੋ ਸਕਦੇ। ਸਫਲਤਾ ਲਈ ਸਭ ਤੋਂ ਪਹਿਲੀ ਜਿਹੜੀ ਪੌੜੀ ਹੈ ਉਹ ਹੈ ਧੀਰਜ ਦੀ, ਭਾਵ ਹੌਸਲੇ ਦੀ। ਤੇ ਜਿਹੜਾ ਸੁਨਿਆਰਾ ਯਾਨੀ ਕਿ ਜੋ ਘੜਨ ਵਾਲਾ ਹੈ ਉਹ ਜਿਹੜਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਧੀਰਜ ਹੋਣਾ ਚਾਹੀਦਾ, ਸਬਰ ਹੋਣਾ ਚਾਹੀਦਾ। ਕਹਿਣਾ ਸੌਖਾ ਹੈ, ਪਰ ਇਹ ਜੋ ਹੁਣ ਗੱਲ ਕਰ ਰਹੇ 38ਵੀਂ ਪੌੜੀ ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਹੁਣ ਇੱਕ ਕਮਾਉਣ ਵਾਲੀ ਗੱਲ ਕਹੀ ਹੈ ਕਿ ਕਿਵੇਂ ਕਮਾਇਆ ਜਾਣਾ ਹੈ। ਧੀਰਜ ਸੁਨਿਆਰ, ਧੀਰਜ ਨੂੰ ਹੀ ਜਿਹੜਾ ਹੈ ਉਹ ਸੁਨਿਆਰ ਬਣਾਓ। ਜਤ ਨੂੰ ਯਾਨੀ ਕਿ ਵਿਕਾਰਾਂ ਨੂੰ ਵਸ ਕਰਨਾ ਦੁਕਾਨ ਹੋਵੇ, ਧੀਰਜ ਯਾਨੀ ਹੌਸਲਾ ਹੀ ਜਿਹੜਾ ਹੈ ਉਹ ਸੁਨਿਆਰਾ ਹੋਵੇ। ਸੁਨਿਆਰਾ ਭਾਵ
ਘੜਨ ਵਾਲਾ, ਗਹਿਣੇ ਘੜਨ ਵਾਲਾ, ਗਹਿਣੇ ਬਣਾਉਣ ਵਾਲਾ। ਹੁਣ ਮੰਨ ਲਓ ਕਿਸੇ ਨੇ ਗੱਡੀ ਸਿੱਖਣੀ ਹੈ ਕਿ ਸ਼ੁਰੂਆਤ ਵਿੱਚ ਹੀ ਉਹ ਕਾਲਾ ਪੈ ਜਾਏ, ਨਹੀਂ ਮੈਨੂੰ ਨਹੀਂ ਆਏਗੀ, ਮੈਨੂੰ ਸਮਝ ਨਹੀਂ ਆ ਰਹੀ, ਤੇ ਉਹ ਗੱਡੀ ਨਹੀਂ ਸਿੱਖ ਪਾਏਗਾ। ਅਗਰ ਘਰ ਦੇ ਜਿਵੇਂ ਜੀਵ ਹੁੰਦੇ ਆ, ਛੋਟੇ ਬੱਚੇ ਹੁੰਦੇ ਆ, ਕਈ ਵਾਰ ਨੂੰ ਕਹਿੰਦੇ ਚੱਲ ਅੱਜ ਤੂੰ ਰੋਟੀ ਬਣਾ, ਤੇ ਸ਼ੁਰੂਆਤ ਵਿੱਚ ਕਿਵੇਂ ਹੁੰਦੀ ਹੈ ਸਭ ਦੀ? ਸ਼ੁਰੂਆਤ ਵਿੱਚ ਕਈ ਵਾਰ ਆਪਾਂ ਕਹਿੰਦੇ ਮੇਰੇ ਤੋਂ ਨਹੀਂ ਬਣਨੀ, ਪਰ ਨਹੀਂ, ਮੰਮੀ ਹੌਸਲਾ ਦਿੰਦੀ ਹੈ। ਮੰਮੀ ਕੀ ਦਿੰਦੀ? ਹੌਸਲਾ। ਬਾਬਾ ਜੀ ਸਾਨੂੰ ਕੀ ਦੇ ਰਹੇ ਨੇ? ਧੀਰਜ, ਹੌਸਲਾ, ਸਬਰ, ਕਿ ਤੈਨੂੰ ਇਹ ਰੱਖਣਾ ਪਏਗਾ, ਕੋਈ ਨਹੀਂ ਹੋਏਗਾ। ਬੰਦੇ ਔਖਾ ਹੈ ਪਰ ਨਾਮੁਮਕਿਨ ਨਹੀਂ ਹੈ। ਤੇ ਜਦ ਹੌਸਲਾ ਮਿਲਦਾ ਹੈ ਤੇ ਜਿਹੜੀ ਛੋਟੀ ਬੱਚੀ ਹੁੰਦੀ ਹੈ ਉਹ ਨਾ ਕਰਦੇ ਪਹਿਲੀ ਵਾਰ ਬਣਾਉਂਦੀ ਹੈ, ਡਿੰਗੀ ਮੱਠੀ ਰੋਟੀ ਬਣਦੀ ਹੈ, ਪਰ ਧੀਰੇ ਧੀਰੇ ਫਿਰ ਕੀ ਹੋ ਜਾਂਦਾ ਜੀ, ਉਹਨੂੰ ਪ੍ਰੋਪਰ ਜਿਹੜਾ ਰੋਟੀ ਜਿਹੜੀ ਵੇਲਣੀ ਆ ਜਾਂਦੀ। ਇੱਦਾਂ ਹੀ ਹੋਰ ਬਥੇਰੇ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ। ਅਗਰ ਕੋਈ ਕਿਸਾਨੀ ਕਰਦਾ ਹੈ ਤੇ ਕਿਸਾਨ ਨੂੰ ਕਿੰਨਾ ਹੌਸਲਾ, ਕਿੰਨਾ ਸਬਰ ਰੱਖਣਾ ਪੈਂਦਾ ਹਰ ਚੀਜ਼ ਵਿੱਚ। ਯਾਨੀ ਕਿ ਜਦ ਵੀ ਅਸੀਂ ਕੁਛ ਬਣਾਉਣ ਦੀ ਗੱਲ ਕਰਦੇ ਹਾਂ, ਕੁਛ ਕਰਨ ਦੀ ਗੱਲ ਕਰਦੇ ਹਾਂ, ਤੇ ਕਿਤੇ ਨਾ ਕਿਤੇ ਹੌਸਲਾ ਜਿਹੜਾ ਉਹ ਬੜਾ ਜ਼ਰੂਰੀ ਹੈ। ਹੁਣ ਇੱਥੇ ਤੇ ਫਿਰ ਮਨ ਨੂੰ ਘੜਨਾ ਹੈ, ਤੇ ਫਿਰ ਤੁਸੀਂ ਆਪ ਸੋਚ ਲਓ, ਐਕਸਟ੍ਰੀਮ ਲੈਵਲ ਦਾ ਜਿਹੜਾ ਸਬਰ ਹੈ ਉਹ ਚਾਹੀਦਾ ਹੈ, ਵਿਸ਼ਵਾਸ ਚਾਹੀਦਾ ਹੈ, ਸਬਰ ਚਾਹੀਦਾ ਹੈ। ਇਹ ਸਾਰੇ ਜਿਹੜੇ ਗੁਣ ਆ। ਤੇ ਨਾਲ ਹੀ ਅਗਲੀ ਜਿਹੜੀ ਤੁਕ ਹੈ ਉਹਦੇ ਵਿੱਚ ਕਹਿੰਦੇ ਅਹਰਣ ਮਤ। ਅਹਰਣ ਜਿੱਥੇ ਰੱਖ ਕੇ ਸੋਨੇ ਤੇ ਚੋੜ ਮਾਰੀ ਜਾਂਦੀ ਹੈ। ਲੋਹਾਰਾ ਕੋ ਵੀ ਜਿਹੜਾ ਕਹਿ ਸਕਦੇ ਹਾਂ ਕਿ ਅਹਰਣ ਰੂਪੀ ਹੁੰਦਾ ਹੈ, ਯਾਨੀ ਕਿ ਲੋਹੇ ਦਾ ਅਜਿਹਾ ਸਖਤ ਸਰੂਪ ਜਿਹਨੂੰ ਆਪਾਂ ਹੇਠਾਂ ਰੱਖਦੇ ਹਾਂ ਤੇ ਉਹਦੇ ਉੱਪਰ ਫਿਰ ਸੱਟ ਮਾਰਨੀ ਪੈਂਦੀ ਹੈ। ਮਤਲਬ ਕਿਸੇ ਵੀ ਚੀਜ਼ ਨੂੰ ਸ਼ੇਪ ਦੇਣੀ ਹੈ ਤੇ ਉਹਦੇ ਲਈ ਥੱਲੇ ਕੋਈ ਸਪੋਰਟ ਚਾਹੀਦੀ ਹੁੰਦੀ ਹੈ। ਉਸ ਸਪੋਰਟ ਨੂੰ ਅਗਰ ਵੇਖਿਆ ਹੋਏਗਾ, ਅਗਰ ਕਿਸੇ ਨੇ ਸੁਨਿਆਰੇ ਦੇ ਅਗਰ ਗਿਆ ਦੁਕਾਨ ਤੇ, ਜਾਂ ਫਿਰ ਅਗਰ ਕਦੇ ਦੇਖਿਆ ਹੋਏਗਾ ਕਿ ਸਰੀਏ ਨੂੰ ਕਿਵੇਂ ਸ਼ੇਪ ਦਿੱਤੀ ਜਾਂਦੀ ਹੈ, ਤੇ ਉਹ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਆ ਉਹ ਅਸੀਂ ਲੈ ਸਕਦੇ ਹਾਂ। ਮਤਲਬ ਕਿ ਬੇਸ ਹੈ, ਇੱਕ ਸਟਰੋਂਗ ਬੇਸ ਜੋ ਚਾਹੀਦਾ ਹੁੰਦਾ ਥੱਲੇ, ਤੇ ਉਹਨੂੰ ਅਹਰਣ ਕਿਹਾ ਗਿਆ। ਤੇ ਅਹਰਣ ਮਤ, ਜਿਹੜੀ ਮਤ ਆ ਨਾ, ਇਸ ਨੂੰ ਹੀ ਅਹਰਣ ਬਣਾ ਲੈ। ਭਾਵ ਜਿਹੜੀ ਆਪਣੀ ਅਕਲ ਹੈ ਨਾ, ਉਸ ਨੂੰ ਅਰਪਣ ਕਰ ਦੇ। ਕਿਤੇ ਅਰਪਣ ਕਰ ਦੇ? ਉਸ ਹਥਿਆਰ ਦੇ। ਕਿਸ ਹਥਿਆਰ ਦੇ? ਵੇਦ ਹਥਿਆਰ। ਵੇਦ ਭਾਵ ਗਿਆਨ ਰੂਪੀ ਹਥਿਆਰ ਦੇ ਆਪਣੇ ਜਿਹੜਾ ਹੈ ਉਹ ਥੱਲੇ ਰੱਖ ਦੇ ਤੇ ਘੜਨ ਦੇ। ਯਾਨੀ ਕਿ ਬੇਸ ਜਿਹੜਾ ਹੈ, ਅਹਰਣ ਜਿਹੜਾ ਹੈ, ਆਪਣੀ ਜਿਹੜੀ ਮੱਤ ਆ, ਉਸ ਤੇ ਹੁਣ ਛੋਟਾ ਸਹਾਰ। ਕਿਹੜੀ ਛੋਟਾ ਸਹਾਰ? ਗਿਆਨ ਦੀਆਂ। ਜਿਉਂ ਗਿਆਨ ਦੀਆਂ ਛੋਟਾ ਸਹਾਰੇਗਾ, ਤਿਉਂ ਜਿਹੜਾ ਹੈ ਇਹਦਾ ਜਿਹੜਾ ਜੀਵਨ ਹੈ ਉਹ ਬਦਲਦਾ ਰਹੇਗਾ। ਗੁਰੂ ਸਾਹਿਬ ਕਹਿੰਦੇ ਆ ਮੱਤ ਨੂੰ ਅਹਰਣ ਬਣਾ ਲੈ, ਯਾਨੀ ਕਿ ਬੇਸ ਬਣਾ ਲੈ, ਜਿੱਥੇ ਰੱਖ ਕੇ ਸੋਨੇ ਤੇ ਹਥੌੜਾ ਮਾਰਿਆ ਜਾਂਦਾ ਹੈ। ਯਾਨੀ ਕਿ ਗਿਆਨ ਰੂਪੀ ਜਿਹੜਾ ਉਹ ਹਥੌੜਾ ਤੇਰੇ ਕੋਲ ਹੋਣਾ ਚਾਹੀਦਾ। ਗਿਆਨ ਨੂੰ ਹਥੌੜਾ ਬਣਾ ਲੈ, ਇਸ ਅਹਰਣ ਤੇ ਫਿਰ ਗਿਆਨ ਰੂਪੀ ਹਥੌੜਾ ਚਲਾ। ਅਹਰਣ ਮਤ ਵੇਦ ਹਥਿਆਰ। ਨਾਲ ਦੇ ਨਾਲ ਇੱਕ ਕੰਮ ਕਰ, ਭਉ ਖੱਲਾ। ਭਉ ਦਾ ਅਸੀਂ ਪੜ੍ਹਿਆ ਸੀ ਨਿਰਭਉ, ਜਿਹਨੂੰ ਕਿਸੇ ਦਾ ਡਰ ਨਹੀਂ, ਤੇ ਭਉ ਦਾ ਮਤਲਬ ਡਰ ਨੂੰ ਜਿਹੜਾ ਹੈ ਉਹ ਤੋਂ ਬਣਾ ਲੈ ਖਲਾ। ਖਲਾ ਭਾਵ ਧੋਕਣੀ। ਹੁਣ ਜਿਹੜੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਇਸ ਨੂੰ ਨਹੀਂ ਸਮਝ ਪਾਏਗੀ, ਤੇ ਇਹਨੂੰ ਸਿੰਪਲ ਲੈਂਗੁਏਜ ਵਿੱਚ ਅਸੀਂ ਪਾਈਪ ਕਹਿ ਸਕਦੇ ਹਾਂ। ਭਉ ਖੱਲਾ ਯਾਨੀ ਕਿ ਤੇਰੇ ਤੋਂ ਡਰ ਰੂਪੀ ਜਿਹੜੀ ਹੈ ਉਹ ਪਾਈਪ ਹੋਏ। ਉਹ ਪਾਈਪ ਕਿਸ ਚੀਜ਼ ਦੇ ਕੰਮ ਆਉਂਦੀ ਹੈ? ਜਿਵੇਂ ਕਿ ਪਹਿਲੇ ਟਾਈਮ ਤੇ ਕੀ ਹੁੰਦਾ ਸੀਗਾ ਕਿ ਮੰਨ ਲਵੋ ਜਿਵੇਂ ਕੋਇਲੇ ਦੇ ਨਾਲ ਜ਼ਿਆਦਾ ਅਸੀਂ ਵਰਤੋਂ ਕਰਦੇ ਸੀ, ਕੋਇਲੇ ਦੀ ਜ਼ਿਆਦਾ ਵਰਤੋਂ ਹੁੰਦੀ ਸੀ ਕਿਤੇ ਵੀ, ਜਿਵੇਂ ਅੱਗ ਬਾਲਣੀ ਹੈ। ਤੇ ਹੁਣ ਉਹ ਜਿਹੜਾ ਕੋਇਲਾ ਹੈ ਉਸ 'ਤੇ ਜਿਵੇਂ ਮੰਨ ਲਓ ਗਰਮ ਹੈ ਕੋਇਲਾ, ਤੇ ਅਗਰ ਉਸ ਤੋਂ ਅੱਗ ਦਾ ਰੂਪ ਦੇਣਾ, ਮਤਲਬ ਉਸ ਨੂੰ ਅੱਗ ਦੇ ਵਿੱਚ ਕਨਵਰਟ ਕਰਨਾ, ਤਾਂ ਉਹਨੂੰ ਫੂਕ ਮਾਰਨੀ ਪੈਂਦੀ ਹੈ। ਤੇ ਹੁਣ ਕਈ ਵਾਰ ਜਿਵੇਂ ਸਿੱਧੀ ਫੂਕ ਮਾਰਦੇ ਆ ਤੇ ਸਿੱਧਾ ਜਿਹੜਾ ਧੂੰਆਂ ਹੈ ਮੂੰਹ 'ਤੇ ਉੱਡਦਾ ਹੈ, ਤੇ ਉਹਦੇ ਲਈ ਫਿਰ ਇੱਕ ਜੁਗਤ ਵਰਤੀ ਜਾਂਦੀ ਹੈ, ਉਹਨੂੰ ਪਾਈਪ ਦੇ ਨਾਲ ਜਿਹੜੀ ਹੈ ਫੂਕ ਜਿਹੜੀ ਹੈ ਮਾਰੀ ਜਾਂਦੀ ਹੈ। ਯਾਨੀ ਕਿ ਦੂਰੋਂ ਦੀ ਹੀ ਫੂਕ ਵੱਜ ਜਾਂਦੀ ਹੈ। ਜਿਵੇਂ ਅੰਗੀਠੀ ਕਹਿ ਸਕਦੇ ਹਾਂ, ਅੰਗੀਠੀ ਦਾ ਐਗਜ਼ਾਮਪਲ, ਕਿ ਜਿਵੇਂ ਅੰਗੀਠੀ 'ਤੇ ਰੋਟੀ ਬਣਾਈ ਜਾਂਦੀ ਸੀਗੀ ਤੇ ਅੰਗੀਠੀ ਦੇ ਵਿਚਕਾਰ ਇੱਕ ਜਗ੍ਹਾ ਬਣਾਈ ਜਾਂਦੀ ਸੀਗੀ, ਉੱਥੋਂ ਦੀ ਬਾਰ-ਬਾਰ ਫੂਕ ਮਾਰ ਕੇ ਅੱਗ ਨੂੰ ਜਿਹੜਾ ਹੈ ਹੋਰ ਤੇਜ਼ ਕਰਨ ਦੀ ਲੋੜ ਪੈਂਦੀ ਸੀਗੀ।
ਅੱਗ ਬਲ ਜਾਏ, ਉਹਦੇ ਬਾਅਦ ਵਿੱਚ ਉਹਨੂੰ ਅਗਰ ਤੇਜ਼ ਕਰਨੀ, ਅਗਰ ਸਲੋ ਹੋ ਰਹੀ ਅੱਗ, ਤੇ ਉਸ ਪਾਈਪ ਦੇ ਥਰੂ। ਤੇ ਜੋ ਡਰ ਹੈ, ਪਰਮਾਤਮਾ ਦਾ ਜੋ ਨਿਰਮਲ ਭੋਗ ਹੈ, ਇਸ ਨੂੰ ਹੀ ਤੂੰ ਉਹ ਪਾਈਪ ਸਮਝ, ਉਹ ਧੋਖਣੀ ਸਮਝ, ਤੇ ਇਹਦੇ ਵਿੱਚ ਕੀ ਕਰ, ਅਗਨ ਤਪਤਾਓ। ਅਗਨ, ਹੁਣ ਜਿਹੜੀ ਅਗਨ ਕਿਹੜੀ ਬਾਲਣੀ ਹੈ, ਉਹ ਅਗਨ ਨਹੀਂ ਬਾਲਣੀ ਜਿਹੜੀ ਬਾਹਰ ਮੁਖੀ। ਗੁਰੂ ਸਾਹਿਬ ਉਹਦਾ ਐਗਜ਼ਾਮਪਲ ਲੈ ਕੇ ਦੱਸਣਾ ਚਾਹੁੰਦੇ ਆ ਕਿ ਤਪਤਾਓ, ਕਿ ਜੋ ਤੂੰ ਬਾਹਰੀ ਜਿਹੜੀ ਘਾਲਣਾ ਘਾਲਦਾ ਹੈ, ਆਪਣੇ ਸਰੀਰ ਨੂੰ ਜਿਹੜਾ ਹੈ ਗੁਰਮਤ ਦੇ ਅਨੁਸਾਰ ਵਰਤ ਕੇ ਜੋ ਮਿਹਨਤ ਕਰਦਾ ਹੈ, ਉਸ ਨੂੰ ਹੀ ਅਗਨ ਸਮਝ। ਇਸ ਨੂੰ, ਇਹ ਜੋ ਮਸ਼ੱਕਤ ਹੈ, ਇਹ ਜੋ ਮਿਹਨਤ ਹੈ, ਇਸ ਨੂੰ ਠੰਡਾ ਨਾ ਪੈਣ ਦੇ। ਇਸ ਤੇ ਪਰਮਾਤਮਾ ਦਾ ਜਿਹੜਾ ਨਿਰਮਲ ਭੋਗ ਹੈ, ਉਸ ਨੂੰ ਰੱਖ ਪਾਓ ਖੱਲਾ। ਭਾਵ ਅਗਰ ਦੇਖਿਆ ਗਿਆ ਅਕਸਰ ਕਿ ਅਗਰ ਡਰ ਨਹੀਂ ਹੈ ਤੇ ਡਿਸਿਪਲਿਨ ਨਹੀਂ ਹੈ, ਅਗਰ ਡਿਸਿਪਲਿਨ ਨਹੀਂ ਹੈ ਤੇ ਫਿਰ ਜਿਹੜੀ ਜ਼ਿੰਦਗੀ ਹੈ ਨਾ, ਉਹ ਜਿਹੜੀ ਹੈ ਉਹ ਟਰੈਕ ਤੇ ਨਹੀਂ ਹੁੰਦੀ। ਨਿਰਮਲ ਭੋਗ ਪਰਮਾਤਮਾ ਦਾ ਹੋਣਾ ਚਾਹੀਦਾ, ਜ਼ਰੂਰੀ ਹੈ। ਤੇ ਭੋਗ ਦੇ ਨਾਲ ਹੀ ਫਿਰ ਜਿਹੜਾ ਹੈ ਪਿਆਰ ਕਰਦਾ ਹੈ, ਕਿਉਂਕਿ ਫਿਰ ਉਹ ਡਿਸਿਪਲਿਨ ਫੋਲੋ ਕਰਦਾ ਹੈ, ਤੇ ਡਿਸਿਪਲਿਨ ਫੋਲੋ ਕਰਦਾ ਹੈ ਤੇ ਫਿਰ ਪਰਮਾਤਮਾ ਜਿਹੜਾ ਹੈ, ਪਰਮਾਤਮਾ ਵੀ ਤਾਂ ਇਹੀ ਚਾਹੁੰਦਾ ਹੈ ਕਿ ਇਹ ਡਿਸਿਪਲਿਨ ਵਿੱਚ ਰਹੇ, ਨਿਯਮ ਵਿੱਚ ਰਹੇ। ਤੇ ਜੋ ਨਿਰਮਲ ਭੋਗ ਹੈ ਉਹ ਜ਼ਰੂਰੀ ਹੈ। ਅਗਨ ਤਪਤਾਓ, ਤੇ ਜਿਹੜੀ ਅਗਨੀ ਚਾਹੀਦੀ ਹੈ, ਤੈਨੂੰ ਅਗਨੀ ਚਾਹੀਦੀ ਹੈ, ਉਹ ਤਪਤਾਓ ਦੀ ਭਾਵ ਜਿਹੜੀ ਬਾਹਰ ਮੁਖੀ, ਜਿਵੇਂ ਕਿ ਤਪ ਜਿਹੜਾ ਤਨ ਹੈ, ਇਹਦੀ ਗੁਰਮਤ ਅਨੁਸਾਰ ਸਹੀ ਵਰਤੋਂ ਕਰਨੀ, ਉਹੀ ਅਸਲ ਤਪ ਹੈ। ਜਿਵੇਂ ਕਿ ਸੇਵਾ ਕਰਨਾ, ਹੁਣ ਕਈ ਵੇਖਿਆ ਗਿਆ ਘੰਟਾ ਬੱਧੀ ਸੇਵਾ ਕਰਦੇ ਆ, ਬਹੁਤ ਚੰਗੀ ਗੱਲ ਹੈ। ਸੰਗਤ ਕਰਦੇ ਆ, ਕਿੰਨੀ ਦੇਰ ਬੈਠੇ ਰਹਿੰਦੇ ਆ ਸੰਗਤ ਵਿੱਚ ਜਾ ਕੇ, ਇਹ ਵੀ ਤਪ ਹੈ। ਤੇ ਲੰਗਰ ਵਰਤਾਉਂਦੇ ਆ ਕਿੱਥੇ ਕਿਤੇ ਜਾ ਕੇ, ਇਹ ਵੀ ਤਪ ਹੈ। ਜੋ ਗੁਰਮਤ ਅਨੁਸਾਰ ਜਿਹੜੇ ਤਪ ਆ, ਇਹ ਜਿਹੜਾ ਹੈ, ਇਸ ਨੂੰ ਅਗਨ ਬਣਾ। ਇਹ ਜਿਹੜੀ ਤੇਰੀ ਅਗਨੀ ਹੈ, ਇਸ ਤਰੀਕੇ ਦੀ ਜਿਹੜੀ ਮਿਹਨਤ ਵਾਲੀ ਅਗਨੀ ਹੈ, ਜਿਹੜੀ ਘਾਲਣਾ ਵਾਲੀ ਅਗਨੀ ਹੈ, ਜੋ ਤੇਰੀ ਸਰੀਰਕ ਹੈ, ਇਹ ਬੁਝਣੀ ਨਹੀਂ ਚਾਹੀਦੀ। ਗੁਰੂ ਸਾਹਿਬ ਕਹਿੰਦੇ ਇਸ ਨੂੰ ਨਿਰਮਲ ਭੋਗ ਜਿਹੜਾ ਹੈ, ਪਾਈਪ ਦੇ ਥਰੂ, ਪਰਮਾਤਮਾ ਦੇ ਨਿਰਮਲ ਭੋਗ ਦੇ ਥਰੂ ਇਸ ਨੂੰ ਬਾਰ-ਬਾਰ ਜਿਹੜਾ ਹੈ, ਇਹਦੀ ਅੱਗ ਜਿਹੜੀ ਹੈ ਹੋਰ ਵਧਾਉਂਦਾ ਰਹੇ, ਸਟਰੋਂਗ ਕਰਦਾ ਰਹੇ। ਤੇ ਨਾਲ ਦੇ ਨਾਲ ਹੀ ਭਾਂਡਾ, ਹੁਣ ਭਾਂਡਾ ਵੀ ਚਾਹੀਦਾ ਹੈ। ਭਾਂਡਾ ਤੇਰੇ ਕੋ ਕਿਹੜਾ ਹੋਏ, ਭਾਂਡਾ ਹੋਏ ਤੇਰੇ ਕੋ ਭਾਓ ਦਾ, ਭਾਂਡਾ ਭਾਓ, ਭਾਓ ਪਿਆਰ। ਜੋ ਤੇਰੇ ਕੋਲ ਜਿਹੜਾ ਭਾਂਡਾ ਹੈ ਨਾ, ਯਾਨੀ ਕਿ ਜੋ ਤੇਰੀ ਪਾਤਰਤਾ ਹੈ, ਉਹ ਪਿਆਰ ਵਿੱਚੋਂ, ਮਤਲਬ ਕਿ ਇਹ ਜੋ ਸਭ ਕਰਨਾ ਹੈ, ਇਹ ਕਿਉਂ ਕਰਨਾ ਹੈ, ਕਿਤੇ ਨਾ ਕਿਤੇ ਪਿਆਰ ਜਿਹੜਾ ਹੈ ਨਾ, ਉਹ ਪ੍ਰਾਪਤ ਹੋ ਜਾਏ ਪਰਮਾਤਮਾ ਦਾ। ਹੋਰ ਕੀ ਹੈ ਮਕਸਦ, ਕੀ ਹੈ ਗਿਆਨ ਦਾ ਮਕਸਦ, ਕੀ ਹੈ ਸੇਵਾ ਸਿਮਰਨ ਦਾ ਮਕਸਦ, ਕੀ ਹੈ ਪਰਮਾਤਮਾ ਦੀ ਵਿਚਾਰਾਂ ਵਡਿਆਈਆਂ ਕਰਨ ਦਾ ਮਕਸਦ ਕੀ ਹੈ, ਕਿਤੇ ਨਾ ਕਿਤੇ ਉਹਦਾ ਪਿਆਰ ਜਿਹੜਾ ਹੈ ਸਾਡੇ ਅੰਦਰ ਜਾਗਰਿਤ ਹੋ ਜਾਏ। ਉਹਦੇ ਲਈ ਤਾਂ ਪੂਰੀ ਜ਼ਿੰਦਗੀ ਲੰਘ ਜਾਂਦੀ ਹੈ ਕਿ ਕਿਨਕਾ ਮਾਤਰ ਪਿਆਰ ਕਿਤੇ ਵਸ ਜਾਏ। ਤੇ ਜਿਹੜਾ ਭਾਂਡਾ ਤੇਰੇ ਕੋਲ, ਜਿਹੜਾ ਭਾਂਡਾ ਹੋਏ, ਉਹ ਕਿਹੜਾ ਹੋਏ, ਉਹ ਭਾਂਡਾ ਹੋਏ ਪਿਆਰ ਦਾ। ਤੇ ਫਿਰ ਉਹਦੇ 'ਚ ਕਰ ਕੀ ਕਰ, ਉਹਦੇ 'ਚ ਪਾਣਾ ਕੀ ਹੈ, ਅੰਮ੍ਰਿਤ ਤਿਤ ਢਾਲ। ਫਿਰ ਇੱਕ ਕੰਮ ਕਰ, ਉਹਦੇ ਵਿੱਚ ਨਾ ਅੰਮ੍ਰਿਤ, ਅੰਮ੍ਰਿਤ ਯਾਨੀ ਪਰਮਾਤਮਾ ਦਾ ਨਾਮ, ਤਿਤ ਢਾਲ। ਤੇ ਉਸ ਭਾਂਡੇ ਵਿੱਚ ਜਿਹੜਾ ਹੈ ਤੂੰ ਅਗਰ ਢਾਲਣਾ ਹੀ ਹੈ ਕੁਛ, ਤੇ ਅੰਮ੍ਰਿਤ ਢਾਲ, ਯਾਨੀ ਕਿ ਅੰਮ੍ਰਿਤ ਰੂਪੀ ਜਿਹੜਾ ਨਾਮ ਹੈ ਉਸ ਨੂੰ ਢਾਲ। ਹੁਣ ਇੱਥੇ ਧਿਆਨ ਦੇਣਾ ਪਏਗਾ ਕਿ ਜਿਹੜੀ ਚੀਜ਼ ਹੁੰਦੀ ਸਖਤ ਜਿਹੜੀ ਚੀਜ਼ ਹੈ, ਉਹਦਾ ਕੋਈ ਵੀ ਐਗਜ਼ਾਮਪਲ ਆਪਾਂ ਲੈਂਦੇ ਹਾਂ ਤੇ ਉਹਨੂੰ ਕੋਈ ਅਲੱਗ ਤੋਂ, ਜਿਵੇਂ ਹੁਣ ਸ਼ੇਪ ਦੇਣੀ, ਮੰਨ ਲਓ ਜਿਵੇਂ ਲੋਹਾ ਹੈ, ਤੇ ਲੋਹੇ ਨੂੰ ਵੇਖਿਆ ਜਾਂਦਾ ਹੈ ਕਈ ਆਕਾਰਾਂ ਵਿੱਚ ਉਹਨੂੰ ਢਾਲਿਆ ਜਾ ਸਕਦਾ ਹੈ, ਪਰ ਉਹਦੇ ਲਈ ਕੀ ਕਰਦੇ ਹੋ, ਪਹਿਲੇ ਉਹਦੇ ਲਈ ਉਹਨੂੰ ਗਰਮ ਕਰਨਾ ਪੈਂਦਾ ਹੈ, ਫਿਰ ਉਹਨੂੰ ਸ਼ੇਪ ਦਿੱਤੀ ਜਾ ਸਕਦੀ ਹੈ। ਇਸੇ ਤਰੀਕੇ ਨਾਲ ਜੋ ਅਗਰ ਮੰਨ ਲਓ ਸੋਨਾ ਪਹਿਲੇ ਤੋਂ ਹੀ ਬਣਿਆ ਹੋਇਆ ਹੈ, ਅਗਰ ਉਹਨੂੰ ਕੋਈ ਸ਼ੇਪ ਦੇਣੀ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ, ਉਸ ਨੂੰ ਗਰਮ ਕਰਨਾ ਪਏਗਾ, ਇੰਨਾ ਗਰਮ ਕਰਨਾ ਪਏਗਾ ਤਾਂ ਕਿ ਉਸ ਨੂੰ ਸ਼ੇਪ ਦਿੱਤੀ ਜਾ ਸਕੇ। ਤੇ ਅਗਰ ਸ਼ੇਪ ਦੇਣੀ ਹੈ ਯਾਨੀ ਕਿ ਨਰਮ ਕਰਨਾ ਪਏਗਾ, ਗਰਮ ਕਰਕੇ ਕੀ ਕਰਦੇ, ਉਹਨੂੰ ਸੌਫਟ ਕਰ ਦਿੰਦੇ ਆ। ਤੇ ਜਿਹੜਾ ਸਖਤ ਹੋਏ, ਹੁਣ ਇੱਥੇ ਸਮਝਣਾ ਪਏਗਾ ਕਿ ਗੁਰੂ ਸਾਹਿਬ ਕੀ ਚਾਹੁੰਦੇ ਆ। ਅਗਰ ਅਹੰਕਾਰ ਹੈ, ਅਹੰਕਾਰ ਰੂਪੀ ਬੰਦਾ ਸਖਤ ਹੈ, ਤੇ ਫਿਰ ਕੀ ਕਰਨਾ ਪਏਗਾ, ਉਹਨੂੰ ਸ਼ੇਪ ਨਹੀਂ ਦਿੱਤੀ ਜਾ ਸਕਦੀ, ਉਹਦਾ ਜਿਹੜਾ ਆਚਰਣ ਹੈ ਉਹਨੂੰ ਸੁਧਾਰਿਆ ਨਹੀਂ ਜਾ ਪਾ ਰਿਹਾ, ਕਿਉਂਕਿ ਉਹ ਆਪਣਾ ਅਹੰਕਾਰ ਨਹੀਂ ਛੱਡ ਰਿਹਾ, ਪਰਮਾਤਮਾ ਤੇ ਨਜ਼ਰ ਕਰ ਰਿਹਾ। ਤੇ ਉਹਦੇ ਲਈ ਕੀ ਕਰਨਾ ਪਏਗਾ, ਉਹਦੇ ਲਈ ਜਿਹੜਾ ਆਪਣਾ ਅਹੰਕਾਰ ਹੈ ਉਸਨੂੰ ਤਿਆਗਣਾ ਪਏਗਾ, ਨਰਮ ਸੁਭਾਅ ਲੈ ਕੇ ਆਉਣਾ ਪਏਗਾ। ਤੇ ਜਦ ਨਰਮ ਹੋਏਗਾ ਤਾਂ ਫਿਰ ਗੁਰੂ ਸਾਹਿਬ ਸ਼ੇਪ ਦੇ ਸਕਦੇ ਆ, ਤੇ ਉਹ ਨਰਮੀ ਚਾਹੀਦੀ ਹੈ। ਤੇ
ਅੰਮ੍ਰਿਤ ਤਿਤ ਢਾਲ। ਤੇ ਅਜਿਹੇ ਪਿਆਰ ਵਾਲੇ ਭਾਂਡੇ ਵਿੱਚ ਅੰਮ੍ਰਿਤ ਜਿਹੜਾ ਹੈ ਉਹ ਢਾਲਣਾ ਚਾਹੀਦਾ ਹੈ। ਫਿਰ ਹੋਏਗਾ ਕਿ ਅੰਮ੍ਰਿਤ ਢਾਲਣ ਦੇ ਨਾਲ ਭਾਂਡਾ ਪਾਓ ਅੰਮ੍ਰਿਤ ਢਾਲ ਘੜੀਐ ਸ਼ਬਦ। ਫਿਰ ਘੜਨਾ ਕੀ ਹੈ, ਬਣਾਉਣਾ ਕੀ ਹੈ? ਉਹ ਬਣਾਉਣਾ ਹੈ ਸ਼ਬਦ। ਸੱਚੀ ਟਕਸਾਲ। ਸੱਚੀ ਟਕਸਾਲ ਵਿੱਚ ਇਹ ਜੋ ਟਕਸਾਲ ਹੈ, ਅਜਿਹੀ ਜੋ ਟਕਸਾਲ ਹੈ, ਜਿਵੇਂ ਦੱਸਿਆ ਗਿਆ, ਜਿਸ ਤਰੀਕੇ ਨਾਲ ਦੱਸਿਆ ਗਿਆ, ਇਹ ਮਨ ਘੜਨ ਵਾਲੀ ਜਿਹੜੀ ਟਕਸਾਲ ਹੈ, ਇਹ ਕੋਈ ਝੂਠੀ ਨਹੀਂ, ਇਹ ਸੱਚੀ ਟਕਸਾਲ ਹੈ। ਸੋਨਾ ਬਣਿਆ ਫਿਰ ਦੁਬਾਰਾ ਕੁਝ ਟਾਈਮ ਬਾਅਦ ਟੁੱਟ ਜਾਏਗਾ, ਪਰ ਅਗਰ ਇੱਥੇ ਕੁਝ ਅਗਰ ਘੜ ਲਿੱਤਾ, ਜੇ ਸ਼ਬਦ ਘੜ ਲਿੱਤਾ, ਸ਼ਬਦ ਬਣਾ ਲਿੱਤਾ, ਅਬ ਸ਼ਬਦ ਆਪਣੇ ਅੰਦਰ ਵਸਾ ਲਿੱਤਾ, ਤੇ ਉਹ ਜਿਹੜਾ ਹੈ ਗੁਰ ਕਾ ਸ਼ਬਦ, ਗੁਰ ਕਾ ਸ਼ਬਦ ਜਿਹੜਾ ਹੈ ਨਾ, ਉਹ ਸਾਡਾ ਜਿਹੜਾ ਹੈ ਉਹ ਸਾਡੇ ਨਾਲ ਨਿਭਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਤੇ ਗੁਰ ਕਾ ਜਿਹੜਾ ਸ਼ਬਦ ਹੈ ਉਹ ਸਾਡੇ ਨਾਲ ਨਿਭਦਾ ਹੈ। ਘੜੀਐ ਸ਼ਬਦ ਸੱਚੀ ਟਕਸਾਲ। ਇਸ ਸੱਚੀ ਟਕਸਾਲ ਵਿੱਚ ਜਿਹੜਾ ਹੈ ਉਹ ਗੁਰੂ ਦਾ ਸ਼ਬਦ ਘੜਨਾ ਹੈ, ਆਪ ਸ਼ਬਦ ਬਣਾਉਣਾ ਹੈ। ਫਿਰ ਹੁਣ ਇਹ ਪ੍ਰਾਪਤ ਕਿਵੇਂ ਹੁੰਦਾ ਹੈ? ਜਿਨ ਕੋ ਨਦਰ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਨਜ਼ਰ ਹੋ ਜਾਂਦੀ ਹੈ, ਮਿਹਰ ਵਾਲੀ ਦ੍ਰਿਸ਼ਟੀ ਪਾ ਦਿੰਦਾ ਹੈ, ਉਹ ਇਹ ਕਰਦੇ ਆ ਕਰਮ ਤਿਨਕਾਰ। ਕਰਮ ਫਿਰ ਅਜਿਹੀ ਜਿਹੜੀ ਬਖਸ਼ਿਸ਼ ਹੈ, ਉਹ ਅਜਿਹਾ ਜਿਹੜਾ ਤਿਨਕਾਰ ਉਹਨਾਂ ਮਨੁੱਖਾਂ ਦੇ ਜਿਹੜੀ ਹੈ ਝੋਲੀ ਵਿੱਚ ਪੈਂਦੀ ਆ, ਜਿਹੜੇ ਉਸ ਪਰਮਾਤਮਾ ਦੀ ਮਿਹਰ ਵਾਲੀ ਨਜ਼ਰ ਦੇ ਪਾਤਰ ਬਣਦੇ ਆ। ਤੇ ਉਹ ਜਿਹੜੇ ਆ ਇਹ ਕਾਰ ਕਮਾਉਂਦੇ ਆ, ਜਿਹੜੀ ਹੈ ਨਜ਼ਰ ਪ੍ਰਾਪਤ ਕਰਦੇ ਆ ਪਰਮਾਤਮਾ ਦੀ, ਤੇ ਕਰਮ ਪ੍ਰਾਪਤ ਕਰਦੇ ਆ, ਭਾਵ ਕਰਮ ਕਰ ਕਰਕੇ ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਪ੍ਰਾਪਤ ਕਰਦੇ ਆ। ਫਿਰ ਉਹ ਜਿਹੜੀ ਹੈ ਇਹ ਜਿਹੜੀ ਕਾਰ ਹੈ ਜੋ ਉੱਪਰ ਦੱਸੀ ਗਈ ਸਾਰੀ, ਇਸ ਤਰੀਕੇ ਦੇ ਨਾਲ ਆਪਣੇ ਮਨ ਵਿੱਚ ਜਿਹੜਾ ਉਸ ਸ਼ਬਦ ਨੂੰ ਘੜ ਲੈਂਦੇ ਆ। ਜਿਨ ਕੋ ਨਦਰ ਕਰਮ ਦਿਨਕਾਰ, ਨਾਨਕ ਨਦਰੀ ਨਦਰ ਨਿਹਾਲ। हे ਨਾਨਕ, ਫਿਰ ਕੀ ਹੋ ਜਾਂਦਾ ਹੈ ਜੀ? ਜੋ ਜੀਵਨ ਹੈ ਨਦਰੀ, ਉਸਦੀ ਨਜ਼ਰ ਦੇ ਨਾਲ, ਨਦਰੀ ਨਜ਼ਰ ਮਿਹਰ ਵਾਲੀ ਨਜ਼ਰ ਦੇ ਨਾਲ ਕੀ ਹੋ ਜਾਂਦੇ? ਨਿਹਾਲ, ਕੀ ਆਨੰਦ ਰੂਪ ਹੋ ਜਾਂਦਾ ਹੈ। ਆਨੰਦ ਹੀ ਆਨੰਦ ਉਹਨੂੰ ਨਜ਼ਰ ਆਉਂਦਾ ਹੈ, ਜਿਸ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਤੇ ਫਿਰ ਉਹ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਹਾਲ ਹੋ ਜਾਂਦਾ ਹੈ। ਨਿਹਾਲ ਯਾਨੀ ਕਿ ਜੀਵਨ ਉਹਦਾ ਸਫਲਾ ਹੋ ਗਿਆ, ਵਿਅਰਥ ਨਹੀਂ ਗਿਆ। ਜੋ ਉਹਨੇ ਮਿਹਨਤ ਜੋ ਕੀਤੀ, ਮਸ਼ੱਕਤ ਕੀਤੀ, ਜੋ ਵਿਕਾਰਾਂ ਨੂੰ ਵਸ ਕਰਨ ਦੀ ਉਹਨੇ ਆਪਣੀ ਕੋਸ਼ਿਸ਼ ਕੀਤੀ, ਜਿਵੇਂ ਧੀਰਜ ਰੱਖਿਆ ਯਾਨੀ ਕਿ ਹੌਸਲਾ ਰੱਖਿਆ, ਫਿਰ ਆਪਣੀ ਮੱਤ ਨੂੰ ਅਰਪਣ ਕਰਤਾ ਜਿਵੇਂ ਐਰਨ ਕਰਦਾ ਹੈਗਾ, ਤੇ ਫਿਰ ਉਸ ਤੇ ਗਿਆਨ ਰੂਪੀ ਹਥੌੜਾ ਮਾਰਿਆ। ਫਿਰ ਪਰਮਾਤਮਾ ਦਾ ਨਿਰਮਲ ਭੋ ਜਿਹੜਾ ਹੈ ਉਹ ਉਸ ਨੂੰ ਯਾਦ ਦਿਲਵਾਉਂਦਾ ਰਿਹਾ, ਯਾਨੀ ਕਿ ਉਹ ਪਾਈਪ ਤੋਂ ਜਿਹੜੀ ਫੂਕਾ ਮਾਰਦਾ ਰਿਹਾ, ਤੇ ਫਿਰ ਜਿਹੜੀ ਮਿਹਨਤ ਹੈ, ਮਸ਼ੱਕਤ ਹੈ, ਉਹ ਘਾਲਦਾ ਰਿਹਾ। ਅਗਨ ਰੂਪ ਜਿਹੜੀ ਹੈ ਉਹਨੂੰ ਬੁਝਣ ਨਹੀਂ ਦਿੱਤੀ, ਜੋ ਬਾਹਰੀ ਜਿਹੜੀ ਮਿਹਨਤ ਕਰਨਾ ਚਾਹੁੰਦਾ ਸੀਗਾ। ਤੇ ਫਿਰ ਉਹਨੇ ਪਿਆਰ ਵਾਲਾ ਜਿਸਨੇ ਭਾਂਡਾ ਰੱਖਿਆ ਤੇ ਉਹਦੇ ਵਿੱਚ ਅੰਮ੍ਰਿਤ ਜਿਹੜਾ ਉਹ ਢਾਲਿਆ, ਤੇ ਫਿਰ ਕੀ ਹੋਇਆ ਜੀ? ਫਿਰ ਉਹਦੇ ਅੰਦਰ ਸ਼ਬਦ ਜਦ ਘੜਿਆ ਗਿਆ ਇਸ ਸੱਚੇ ਟਕਸਾਲ ਵਿੱਚ। ਇਹ ਕਿਵੇਂ ਹੋਇਆ ਜੀ? ਜਿਨ ਕੋ ਨਜ਼ਰ ਕਰਮ ਤਿਨਕਾਰ। ਉਹਨਾਂ ਨੇ ਇਹ ਮਸ਼ੱਕਤ ਜਿਹੜੀ ਮਿਹਨਤ ਜਿਹੜੀ ਹੈ ਉਹ ਕਰ ਲਈ, ਜਿਨ੍ਹਾਂ ਨੂੰ ਪਰਮਾਤਮਾ ਦੀ ਜਿਹੜੀ ਹੈ ਬਖਸ਼ਿਸ਼ ਹੋਈ, ਮਿਹਰ ਹੋਈ। ਉਹ ਕਿਵੇਂ ਹੋਈ? ਉਹਦੇ ਲਈ ਸਿਰਫ ਤੇ ਸਿਰਫ ਪਾਤਰਤਾ ਜਿਹੜੀ ਉਹ ਬਣਾਉਣ ਦੀ ਲੋੜ ਪਈ। ਸਭ ਤੋਂ ਪਹਿਲਾ ਜਿਹੜਾ ਕਦਮ ਜਿਹੜਾ ਦੱਸਿਆ ਗਿਆ ਸੀਗਾ ਪਹਿਲੇ ਵੀ, ਕਿ ਅਗਰ ਵਿਸ਼ਵਾਸ ਤੇ ਸਭ ਕੁਝ, ਵਿਸ਼ਵਾਸ ਨਹੀਂ ਤੇ ਕੁਛ ਨਹੀਂ। ਪਰ ਇਹ ਵਿਸ਼ਵਾਸ ਪੱਕਾ ਹੁੰਦਾ ਕਿਵੇਂ? ਇਹ ਜਿਉਂ ਅਸੀਂ ਪੌੜੀਆਂ ਚੜ੍ਹਦੇ ਜਾਂਦੇ ਹਾਂ, ਇਹ ਵਿਸ਼ਵਾਸ ਜਿਹੜਾ ਹੈ ਉਹ ਪੱਕਾ ਹੁੰਦਾ ਰਹਿੰਦਾ ਹੈ। ਤੇ ਇਹ ਸਾਰੇ ਜਿਹੜੇ ਆ ਅਨੁਭਵੀ ਗੱਲਾਂ ਨੇ, ਇਹ ਦੱਸਿਆ ਨਹੀਂ ਜਾ ਸਕਦੀਆਂ। ਜਿੰਨਾ ਮਰਜ਼ੀ ਕੋਈ ਕਹਿ ਦੇ ਕਿ ਦਾਅਵਾ ਕਰ ਲੇ, ਕੋਈ ਦੱਸਣ ਦੀ ਕੋਸ਼ਿਸ਼ ਕਰੇ, ਪਰ ਕਿਤੇ ਨਾ ਕਿਤੇ ਉਹ ਜਿਹੜਾ ਹੈ ਪ੍ਰੋਪਰਲੀ ਦੱਸ ਨਹੀਂ ਪਾਉਂਦਾ। ਇਹ ਕਮਾਂਡ ਦੀ ਗੱਲਾਂ ਨੇ ਸਾਰੀਆਂ, ਜੋ ਬਾਣੀ ਹੈ ਕਮਾਂਡ ਦੀ ਗੱਲ ਹੈ, ਜੋ ਗੁਰੂ ਸਾਹਿਬ ਦੱਸਣਾ ਚਾਹੁੰਦੇ ਆ। ਤੇ ਫਿਰ ਜੋ ਅਜਿਹੇ ਮਿਹਨਤ ਕਰਕੇ, ਮਸ਼ੱਕਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਆ, ਤੇ ਫਿਰ ਉਹ ਨਿਹਾਲ ਹੋ ਜਾਂਦੇ ਆ। ਉਹ ਫਿਰ ਜਿਹੜਾ ਹੈ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਜਾਂਦੇ ਆ, ਤੇ ਆਪਣਾ ਜਿਹੜਾ ਜੀਵਨ ਜਿਹੜਾ ਹੈ ਉਹ ਸਫਲਾ ਕਰ ਲੈਂਦੇ ਆ।
ਤੇ ਹਮੇਸ਼ਾ ਆਨੰਦ ਵਿੱਚ ਜਿੰਦੇ ਆ। ਫਿਰ ਉਹਨਾਂ ਨੂੰ ਦੁਨਿਆਵੀ ਸੁੱਖ ਦੁੱਖ ਜਿਹੜਾ ਹੈ ਉਹ ਪ੍ਰਭਾਵਿਤ ਨਹੀਂ ਕਰ ਪਾਉਂਦਾ, ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਹੈ ਉਹ ਜਿਹੜਾ ਸਦੀਵੀ ਖਿੜਾਵ ਹੈ ਉਹ ਹਮੇਸ਼ਾ ਲਈ ਬਣ ਜਾਂਦਾ ਹੈ। ਗੁਰੂ ਸਾਹਿਬ ਨੇ ਮਿਹਰ ਕੀਤੀ, 38 ਪੌੜੀਆਂ ਦੀ ਵਿਚਾਰ ਜਿਹੜੀ ਹੈ ਉਹ ਸੰਪੂਰਨ ਹੋਈ। ਹੁਣ ਸ਼ਲੋਕ ਜਿਹੜਾ ਹੈ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਜਲਦ ਤੋਂ ਜਲਦ ਉਹਦੀ ਵੀ ਗੁਰੂ ਸਾਹਿਬ ਕਿਰਪਾ ਕਰਨ ਵਿਚਾਰ ਕਰਾਂਗੇ ਜੀ ਸਾਰੇ ਮਿਲ ਕੇ। ਅਗਰ ਕਿਸੇ ਦਾ ਸਵਾਲ ਹੋਏ ਮੇਰੇ ਕੋਲ ਆਪ ਜੀ ਕਮੈਂਟ ਬਾਕਸ 'ਤੇ ਪੁੱਛ ਸਕਦੇ ਹੋ ਜੀ। ਅਗਰ ਚੈਨਲ ਤੇ ਨਵੇਂ ਆਏ ਹੋ ਤੇ ਬਿਲਕੁਲ ਸਬਸਕ੍ਰਾਈਬ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।